11ਵੀਂ ਜਮਾਤ ਦੇ ਵਿਸ਼ਾ ਰਾਜਨੀਤੀ ਸ਼ਾਸਤਰ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਪਿਛਲੀ ਵਾਰ ਦੇ ਅਸੀਂ ਆਪਣੇ ਲੈਕਚਰ ਦੇ ਵਿੱਚ ਸੰਘੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਬਾਰੇ ਚਰਚਾ ਕੀਤੀ ਸੀ। ਉਸੇ ਦੀ ਲਗਾਤਾਰਤਾ ਵਿੱਚ ਅੱਜ ਦਾ ਸਾਡਾ ਮਹੱਤਵਪੂਰਨ ਵਿਸ਼ਾ ਹੈ ਸੰਘੀ ਕਾਰਜਪਾਲਿਕਾ ਮੰਤਰੀ ਪਰਿਸ਼ਦ। ਸੰਘੀ ਕਾਰਜਪਾਲਿਕਾ ਮੰਤਰੀ ਪਰਿਸ਼ਦ ਕੀ ਹੈ, ਮੰਤਰੀ ਪਰਿਸ਼ਦ ਦਾ ਗਠਨ ਕਿਵੇਂ ਹੁੰਦਾ ਹੈ, ਮੰਤਰੀ ਪਰਿਸ਼ਦ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਤੇ ਮੰਤਰੀ ਪਰਿਸ਼ਦ ਦੇ ਕਿਹੜੇ-ਕਿਹੜੇ ਕੰਮ ਤੇ ਸ਼ਕਤੀਆਂ ਹਨ, ਉਹਦੇ ਬਾਰੇ ਵਿੱਚ ਅੱਜ ਅਸੀਂ ਅੱਜ ਦੇ ਇਸ ਲੈਕਚਰ ਵਿੱਚ ਤੁਹਾਨੂੰ ਸਮੁੱਚੀ ਜਾਣਕਾਰੀ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ। ਸੋ ਸਭ ਤੋਂ ਪਹਿਲੀ ਗੱਲ ਵਿਦਿਆਰਥੀਓ, ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਭਾਰਤ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਬਣਾਈ ਗਈ ਹੈ, ਜਿਹਦੇ ਵਿੱਚ ਅਕੋਰਡਿੰਗ ਟੂ ਕਨਸਟੀਟਿਊਸ਼ਨ ਸਾਡੇ ਦੇਸ਼ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨਾਂ ਵਿੱਚ ਗੂੜਾ ਸੰਬੰਧ ਪਾਇਆ ਜਾਂਦਾ ਹੈ ਤੇ ਨਾਮਾਤਰ ਦੀ ਅਤੇ ਅਸਲੀ ਕਾਰਜਪਾਲਿਕਾ ਵਿੱਚ ਭੇਦ ਪਾਇਆ ਜਾਂਦਾ ਹੈ, ਭਾਵ ਅੰਤਰ ਹੈ। ਭਾਵ ਸਾਡੇ ਦੇਸ਼ ਦੇ ਵਿੱਚ ਭਾਰਤ ਵਿੱਚ ਰਾਸ਼ਟਰਪਤੀ ਨਾਮਾਤਰ ਦਾ ਮੁਖੀ ਹੈ ਤੇ ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਅਤੇ ਉਸ ਦੀ ਮੰਤਰੀ ਪਰਿਸ਼ਦ ਹੈ। ਸੋ ਅੱਜ ਅਸੀਂ ਉਸ ਮੰਤਰੀ ਪਰਿਸ਼ਦ ਬਾਰੇ ਗੱਲ ਕਰਾਂਗੇ ਕਿ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਮੁਤਾਬਕ ਮੰਤਰੀ ਪਰਿਸ਼ਦ ਦਾ ਗਠਨ ਕਿਵੇਂ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਅਕੋਰਡਿੰਗ ਟੂ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੀ ਧਾਰਾ 74 ਦੇ ਅਨੁਸਾਰ ਰਾਸ਼ਟਰਪਤੀ ਦੀ ਸਹਾਇਤਾ ਅਤੇ ਉਸ ਨੂੰ ਸਲਾਹ ਦੇਣ ਦੇ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ, ਜਿਸ ਦਾ ਮੁਖੀ ਪ੍ਰਧਾਨ ਮੰਤਰੀ ਹੋਵੇਗਾ ਅਤੇ ਰਾਸ਼ਟਰਪਤੀ ਇਸ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਕਾਰਜ ਕਰੇਗਾ। ਇਟ ਮੀਨਸ ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਕੰਮ ਕਰੇਗਾ। ਆਪਾਂ ਅਕੋਰਡਿੰਗ ਟੂ ਕਨਸਟੀਟਿਊਸ਼ਨ ਗੱਲ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ? ਰਾਸ਼ਟਰਪਤੀ ਦੁਆਰਾ ਭਾਰਤੀ ਸੰਵਿਧਾਨ ਦੀ ਧਾਰਾ 75 ਦੇ ਅਨੁਸਾਰ ਰਾਸ਼ਟਰਪਤੀ ਦੀ ਨਿਯੁਕਤੀ ਭਾਰਤੀ ਸੰਵਿਧਾਨ ਦੀ ਧਾਰਾ 75 ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਜਿਹੜੀ ਹੈ ਉਹ ਰਾਸ਼ਟਰਪਤੀ ਕਰੇਗਾ। ਅਤੇ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ ਤੇ ਸੁਣਨ ਵਾਲੀ ਹੈ, ਅਕੋਰਡਿੰਗ ਟੂ ਆਰਟੀਕਲ 74 ਦੇ ਮੁਤਾਬਕ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਵੇਗੀ ਅਤੇ ਬਾਕੀ ਮੰਤਰੀਆਂ ਦੀ ਨਿਯੁਕਤੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਕਰੇਗਾ। ਸੋ ਇਹ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਮੁਤਾਬਕ ਆਰਟੀਕਲ 74 ਐਂਡ 75 ਦੀ ਗੱਲ ਹੋ ਰਹੀ ਹੈ। 74 ਦੇ ਵਿੱਚ ਮੰਤਰੀ ਪਰਿਸ਼ਦ ਦੀ ਗੱਲ ਕੀਤੀ ਗਈ ਹੈ ਤੇ 75 ਦੇ ਵਿੱਚ ਪ੍ਰਧਾਨ ਮੰਤਰੀ ਦੇ ਬਾਰੇ ਗੱਲ ਹੈ ਤੇ ਨਾਲ ਹੀ ਮੰਤਰੀ ਪਰਿਸ਼ਦ ਦੇ ਬਾਰੇ ਵਿੱਚ ਜੋ ਪ੍ਰੋਵੀਜ਼ਨ ਹੈ ਸਾਡੇ ਸੰਵਿਧਾਨ ਦੇ ਵਿੱਚ ਉਹਦੀ ਗੱਲ ਹੋ ਰਹੀ ਹੈ। ਪਰ ਰੀਅਲ ਤੌਰ ਤੇ ਕੀ ਦੇਖੀਏ, ਰੀਅਲ ਤੌਰ ਤੇ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਵੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੈ ਲੋਕ ਸਭਾ ਦੇ ਵਿੱਚ, ਉਸ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣੇਗਾ। ਬਹੁਸੰਮਤੀ ਪਾਰਟੀ ਦਾ ਨੇਤਾ ਤੇ ਬਾਕੀ ਮੰਤਰੀਆਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਲਿਸਟ ਸੂਚੀ ਤਿਆਰ ਕਰਕੇ ਦੇ ਦਿੱਤੀ ਜਾਂਦੀ ਹੈ ਤੇ ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਜਿਵੇਂ ਇੱਥੇ ਬੜੀ ਵਧੀਆ ਉਦਾਹਰਨ ਹੈ, 17ਵੀਂ ਲੋਕ ਸਭਾ ਸਾਡੀਆਂ ਚੋਣਾਂ ਹੋਈਆਂ ਹਨ ਤੇ ਜਿਹਦੇ ਵਿੱਚ ਸਭ ਤੋਂ ਬਹੁਮਤ ਪਾਰਟੀ ਦੇ ਤੌਰ ਤੇ ਕਿਹੜੀ ਪਾਰਟੀ ਉੱਭਰੀ ਸੀ? ਭਾਰਤੀ ਜਨਤਾ ਪਾਰਟੀ, ਜਿਹਨੂੰ ਕੁੱਲ 303 ਸਥਾਨ ਪ੍ਰਾਪਤ ਹੋਏ ਸੀ ਤੇ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਦੇ ਲਈ ਨਰਿੰਦਰ ਮੋਦੀ ਜੀ ਨੂੰ ਸੱਦਾ ਦਿੱਤਾ ਗਿਆ, ਜੋ ਕਿ ਉਸ ਸੰਸਦੀ ਦਲ ਦੇ ਨੇਤਾ ਸੀ ਤੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੇ ਨੇਤਾ ਹੋਣ ਦੇ ਤੌਰ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੱਦਾ ਦਿੱਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੁਆਰਾ ਜਿਹੜੀ ਵੀ ਸੂਚੀ ਮੰਤਰੀ ਬਣਾਉਣ ਦੇ ਲਈ ਪੇਸ਼ ਕਰ ਦਿੱਤੀ ਗਈ, ਉਹਦੇ ਉੱਪਰ ਰਾਸ਼ਟਰਪਤੀ ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ। ਸੋ ਇਸੇ ਤਰ੍ਹਾਂ ਹੀ ਭਾਰਤ ਵਿੱਚ ਕੀ ਹੈ, ਵਾਸਤਵਿਕ ਵਿੱਚ ਮੰਤਰੀ ਪਰਿਸ਼ਦ ਸਲਾਹਕਾਰੀ ਨਹੀਂ ਹੈ। ਸੰਵਿਧਾਨ ਦੇ ਮੁਤਾਬਕ ਲਿਖਿਆ ਹੋਇਆ ਕਿ ਸਲਾਹ ਦੇਣ ਦੇ ਲਈ ਹੈ
असली तौर पर देखा जाए तो असली कार्यपालिका प्रधानमंत्री ते मंत्री परिषद है। संविधान अनुसार राष्ट्रपति मंत्री परिषद की सलाह मनण लई बंधनकारी है, भाव के मंत्री परिषद की सलाह मनण दे लई राष्ट्रपति पाबंद है। सो इस तो सारी गल तो की ਜ਼ਾਹਰ ਹੁੰਦਾ है कि साडे देश ਦੇ ਵਿੱਚ पार्लीमेंटरी सिस्टम है। पार्लीमेंटरी सिस्टम ਦੇ ਵਿੱਚ असली कार्यपालिका प्रधान मंत्री ते ਉਹਦਾ मंत्री परिषद है। मंत्री परिषद सिर्फ सलाहकारी बॉडी नहीं है, सगों सारे देश का प्रबंध मंत्री परिषद द्वारा ही चलाया जा रहा है, असली कार्यपालिका है। इसे ही करके साडे देश विच पार्लीमेंटरी फॉर्म ऑफ गवर्नमेंट नूं प्रधान मंत्री की अगवाई हेठ वाली सरकार भी कहा जाता है ते मंत्री मंडल प्रणाली की सरकार भी कहा जाता है, क्योंकि राष्ट्रपति प्रधानमंत्री की नियुक्ति तो बाद मंत्रियों की जो सूची आ जाती है प्रधानमंत्री वालों उन्होंने पास कर देंगे है राष्ट्रपति, ते मंत्री परिषद जो भी राष्ट्रपति नूं सलाह देंगे हैं अकॉर्डिंग टू कॉन्स्टिट्यूशन के मुताबिक मंत्री परिषद की सलाह नूं मनना राष्ट्रपति नूं पवेगा ही। सो इस तो ਜ਼ਾਹਰ है कि साडे देश विच मंत्री मंडल बहुत ही ज़्यादा पावरफुल है। देश का समुचा राज प्रबंध उस द्वारा चलाया जा रहा है प्रधानमंत्री ते उहदे मंत्री परिषद तो द्वारा। इसे करके साडे देश दे विच राष्ट्रपति नामात्र दा मुखी है ते असली कार्यपालिका प्रधान मंत्री ते उहदा मंत्री परिषद है। सो प्यारे विद्यार्थियों, अगे गल करते हाँ प्रधानमंत्री अपनी मंत्री परिषद नाल तुसीं बड़ी वधिया तस्वीर देख सकते। लेटेस्ट जिहड़े साडे मानयोग प्रधानमंत्री हैं उहदा सारा मंत्री परिषद मंत्री मंडल नाल खड़ी है। सो इस तो तुसीं ਜ਼ਾਹਰ हुंदा है कि साडे देश विच प्रधानमंत्री ते मंत्री परिषद की अगवाई हेठ सरकार समुचा राज प्रबंध इन्हां दे दुआले घुमदा है। अगे प्रधान मंत्री परिषद दीयां किहड़ियां-किहड़ियां योग्यता हन। मंत्री परिषद योग्यता की हैं तो उसका कार की हो सकता वा आपां अकॉर्डिंग टू कॉन्स्टिट्यूशन हुण गल करिए। सब तो पहली गल है कि जिन्हें भी मंत्री बनना है वो व्यक्ति भारत का नागरिक होना चाहिए है। वो संसद के दोनों सदनों विचों लोक सभा अते राज सभा किसी एक सदन का मैंबर होवे, जे नहीं है तो उसनूं मंत्री बनने के 6 महीनों के अंदर अंदर संसद के दोनों सदनों विचों किसी एक सदन का मैंबर बनना जरूरी होवेगा। ये असीं पिछले लैक्चर में भी गल की सी कि जिन्हें भी मंत्री परिषद का मैंबर बनना है उन्होंने वो व्यक्ति बतौर मैंबर हो पार्लीमेंट भी होना चाहिए है, भाव जां लोक सभा का मैंबर हो जां राज सभा का मैंबर हो। 6 महीने के अंदर नहीं तो बनना पवेगा। सो बहुत सारिया एग्जाम्पल हैं हिस्टोरिकल हिस्टरी दे विच लिखन जेकर असीं देखिए तो बहुत सारिया एग्जाम्पल हैं। जिवें डॉक्टर मनमोहन सिंह जी प्रधानमंत्री रहे हैं, जदों वो प्रधानमंत्री बने सी उदों वो राज सभा के मैंबर सी। सो इस तरह बहुत सारिया एग्जाम्पल हैं कि 6 महीने के अंदर अंदर बनना पएगा। PV नरसिम्हा राव जी साडे मानयोग प्रधानमंत्री रहे हैं, उन्हां जदों वो प्रधानमंत्री बने सी वो किसी भी सदन के मैंबर नहीं सी, पर 6 महीने के अंदर अंदर वो सदन का मैंबर बन गए सी। सो ये साडे संविधान के मुताबिक जरूरी है कि जिहड़े भी मंत्री परिषद भाव कार्यपालिका विच आउणा है, जिन्हें भी मंत्री परिषद वो संसद के दोनों सदनों विचों एक सदन के मैंबर होना जरूरी है। वो सारिया योग्यता रखता होवे जो संघी संसद के किसी भी सदन का मैंबर बनने लई जरूरी हैं। सो गल उही आ गई कि मैंबर बनने जो जरूरी हैं, जो पार्लीमेंट दीयां कंडीशन हैं मैंबर बनने लई वो सारियां पूरियां करता होवे जिन्हें भी मंत्री परिषद का मैंबर बनना है। प्रधानमंत्री लोक सभा के कुल मैंबरों का 15% मंत्री परिषद विच शामिल कर सकता है। भारतीय संविधान दे विच 2003 दे विच सोध की गई सी। 91st अमेंडमेंट के मुताबिक कुल मैंबरों का 15% ही मंत्री परिषद विच मैंबर हो सकते हैं।
ਭਾਵ ਵਰਤਮਾਨ ਸਮੇਂ 543 ਮੈਂਬਰਾਂ ਦੇ ਵਿੱਚੋਂ 2 ਮੈਂਬਰ ਨਾਮਜ਼ਦ ਹੁੰਦੇ ਹਨ। 543 ਚੁਣੇ ਹੋਏ ਮੈਂਬਰਾਂ ਦੇ ਵਿੱਚੋਂ ਕੁੱਲ ਮੰਤਰੀ ਪਰਿਸ਼ਦ ਦੇ ਮੈਂਬਰ 82 ਮੈਂਬਰ ਹੋ ਸਕਦੇ ਹਨ। 82 ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਸੋ ਇਹ ਸਾਡੇ 91st ਅਮੈਂਡਮੈਂਟ ਦੇ ਮੁਤਾਬਕ ਇਹ ਕਰ ਦਿੱਤਾ ਗਿਆ ਹੈ। ਅਗਲੀ ਗੱਲ, ਅਸੀਂ ਜੇਕਰ ਦੇਖਿਆ ਜਾਵੇ ਤਾਂ ਇਹ ਦੇਖੋ ਪਾਰਲੀਮੈਂਟ ਦੀ ਤਸਵੀਰ ਹੈ, ਜਿਹਦੇ ਵਿੱਚ ਤੁਸੀਂ ਦੇਖ ਰਹੇ ਜੇ ਕਿ ਸਾਰੇ ਜਿੰਨੇ ਵੀ ਹਨ ਇਹ ਮੈਂਬਰ ਆਫ ਪਾਰਲੀਮੈਂਟ ਵੀ ਹਨ ਤੇ ਇਹਦੇ ਵਿੱਚੋਂ ਮੰਤਰੀ ਵੀ ਹਨ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਗੂੜਾ ਸੰਬੰਧ ਪਾਇਆ ਜਾਂਦਾ ਹੈ, ਪਾਰਲੀਮੈਂਟਰੀ ਸਿਸਟਮ ਹੈ। ਸੋ ਅਗਲੀ ਗੱਲ, ਮੰਤਰੀ ਪਰਿਸ਼ਦ ਦੀਆਂ ਕਿਸਮਾਂ ਹਨ। ਪਿਆਰੇ ਵਿਦਿਆਰਥੀਓ, ਮੰਤਰੀਆਂ ਦੀ ਵੀ ਗਾੜੀ ਕਿਸਮਾਂ ਹਨ। ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਤੇ ਸੰਸਦੀ ਸਕੱਤਰ। ਕੈਬਨਿਟ ਮੰਤਰੀ ਉਹ ਮੰਤਰੀ ਹਨ ਜਿਨ੍ਹਾਂ ਦੀ ਗਿਣਤੀ 30 ਤੋਂ 35 ਦੇ ਕਰੀਬ ਹੁੰਦੀ ਹੈ। ਮਹੱਤਵਪੂਰਨ ਮਹਿਕਮੇ ਇਹਨਾਂ ਦੇ ਕੋਲ ਹੁੰਦੇ ਹਨ। ਪ੍ਰਧਾਨ ਮੰਤਰੀ ਦੇ ਬਹੁਤ ਹੀ ਕਲੋਜ਼ ਹੁੰਦੇ ਹਨ, ਜਿਵੇਂ ਹੋਮ ਮਿਨਿਸਟਰ ਹੈ, ਡਿਫੈਂਸ ਮਿਨਿਸਟਰ ਹਨ, ਫਾਈਨਾਂਸ ਮਿਨਿਸਟਰ ਹੈ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹੁੰਦੇ ਹਨ, ਖੇਤੀਬਾੜੀ ਮੰਤਰੀ ਹੈ। ਸੋ ਇੰਡੀਪੈਂਡੈਂਟ ਇੰਚਾਰਜ ਹੁੰਦੇ ਹਨ। ਇਹਨਾਂ ਨੂੰ ਕੈਬਨਿਟ ਮਿਨਿਸਟਰ ਕਿਹਾ ਜਾਂਦਾ ਹੈ। ਇਹ ਇੰਡੀਪੈਂਡੈਂਟ ਮਹਿਕਮੇ ਦੇ ਇੰਚਾਰਜ ਹਨ ਤੇ ਇਹ ਬਿਲਕੁਲ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਬਹੁਤ ਜ਼ਿਆਦਾ ਆਉਂਦੇ ਹਨ। ਇਸੇ ਤਰ੍ਹਾਂ ਰਾਜ ਮੰਤਰੀ ਹੁੰਦੇ ਹਨ। ਰਾਜ ਮੰਤਰੀ ਕੈਬਨਿਟ ਮੰਤਰੀਆਂ ਦੀ ਸਹਾਇਤਾ ਲਈ ਨੋਮੀਨੇਟ ਕੀਤੇ ਜਾਂਦੇ ਹਨ, ਪਰ ਕਈ ਵਾਰੀ ਕੁਝ ਰਾਜ ਮੰਤਰੀਆਂ ਨੂੰ ਇੰਡੀਪੈਂਡੈਂਟ ਮਹਿਕਮਾ ਵੀ ਦੇ ਦਿੱਤਾ ਜਾਂਦਾ ਹੈ। ਭਾਵੇਂ ਕਿ ਰਾਜ ਮੰਤਰੀ ਕੈਬਨਿਟ ਮੰਤਰੀ ਦੀਆਂ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਂਦੇ ਹਨ, ਪਰ ਕਈ ਵਾਰੀ ਦੇਖਣ 'ਚ ਆਇਆ ਹੈ ਕਿ ਰਾਜ ਮੰਤਰੀ ਜਿਨ੍ਹਾਂ ਕੋਲ ਇੰਡੀਪੈਂਡੈਂਟ ਚਾਰਜ ਹਨ ਤਾਂ ਉਹਦੇ ਮਹਿਕਮੇ ਬਾਰੇ ਗੱਲ ਕਰਨ ਦੇ ਲਈ ਉਹਨੂੰ ਉੱਥੇ ਕੈਬਨਿਟ ਮੰਤਰੀ ਦੀ ਮੀਟਿੰਗ ਦੇ ਵਿੱਚ ਬੁਲਾ ਲਿਆ ਜਾਂਦਾ ਹੈ। ਉਪ ਮੰਤਰੀ ਵੀ ਹੁੰਦੇ ਹਨ। ਭਾਵੇਂ ਇਹਨਾਂ ਕੋਲ ਮਹਿਕਮੇ ਦਾ ਸੁਤੰਤਰ ਚਾਰਜ ਨਹੀਂ ਹੁੰਦਾ ਹੈ, ਪਰ ਇਹ ਰਾਜ ਮੰਤਰੀਆਂ ਦੀ ਸਹਾਇਤਾ ਕਰਦੇ ਹਨ। ਕੈਬਨਿਟ ਮੰਤਰੀਆਂ ਦੀ ਸਹਾਇਤਾ ਲਈ ਜਿਹੜੇ ਵੀ ਇਹਨਾਂ ਨੂੰ ਕੰਮ ਸਮੇਂ-ਸਮੇਂ ਤੇ ਉਹਨਾਂ ਵੱਲੋਂ ਸੌਂਪੇ ਜਾਂਦੇ ਹਨ, ਉਹਨਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਤੇ ਸੰਸਦੀ ਸਕੱਤਰ ਭਾਵੇਂ ਮੰਤਰੀ ਨਹੀਂ ਹੁੰਦੇ ਹਨ, ਪ੍ਰਧਾਨ ਮੰਤਰੀ ਦੁਆਰਾ ਇਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਮੰਤਰੀ ਪਰਿਸ਼ਦ ਦਾ ਡਾਇਰੈਕਟ ਦੇਖਿਆ ਜਾਵੇ ਤੇ ਹਿੱਸਾ ਨਹੀਂ ਹਨ। ਅਕੋਰਡਿੰਗ ਟੂ ਕਨਸਟੀਟਿਊਸ਼ਨ ਵੀ ਜਿਹੜਾ ਵਾ ਸੰਸਦੀ ਸਕੱਤਰ ਦਾ ਜ਼ਿਕਰ ਨਹੀਂ ਹੈ, ਨਾ ਹੀ ਉਪ ਪ੍ਰਧਾਨ ਮੰਤਰੀ ਦਾ ਭਾਰਤੀ ਸੰਵਿਧਾਨ ਦੇ ਵਿੱਚ ਜ਼ਿਕਰ ਹੈ। ਪਰ ਫਿਰ ਵੀ ਪ੍ਰਧਾਨ ਮੰਤਰੀ ਦੀ ਇੱਛਾ ਦੇ ਅਨੁਸਾਰ ਕਈ ਵਾਰੀ ਸੰਸਦੀ ਸਕੱਤਰ ਨਿਯੁਕਤ ਕੀਤੇ ਜਾਂਦੇ ਹਨ, ਜਿਹੜੇ ਕਿ ਵੱਖ-ਵੱਖ ਸਮੇਂ ਤੇ ਮਹਿਕਮਿਆਂ ਦੇ ਵਿੱਚ ਜਿੱਦਾਂ ਕੈਬਨਿਟ ਮੰਤਰੀ ਹਨ, ਰਾਜ ਮੰਤਰੀ ਹਨ, ਉਹਨਾਂ ਦੀ ਸਹਾਇਤਾ ਦੇ ਲਈ ਇਹ ਪਾਰਲੀਮੈਂਟਰੀ ਸੈਕਟਰੀਏਟ ਜਿਹੜੇ ਆ ਉਹ ਨਿਯੁਕਤ ਕੀਤੇ ਜਾਂਦੇ ਹਨ। ਸੋ ਪਿਆਰੇ ਵਿਦਿਆਰਥੀਓ, ਮਹੱਤਵਪੂਰਨ ਗੱਲ ਹੈ ਕੈਬਨਿਟ ਮੰਤਰੀ। ਕਈ ਵਾਰੀ ਪੇਪਰਾਂ ਵਿੱਚ ਸਵਾਲ ਬਹੁਤ ਵਾਰੀ ਦੇਖਣ 'ਚ ਆਇਆ ਹੈ ਕਿ ਮੰਤਰੀ ਪਰਿਸ਼ਦ ਤੇ ਕੈਬਨਿਟ ਮੰਤਰੀ ਦੇ ਵਿੱਚ ਮੰਤਰੀ ਮੰਡਲ ਜਿਹਨੂੰ ਬੋਲਦੇ ਆ, ਉਹਦੇ ਵਿੱਚ ਕੀ ਫਰਕ ਹੈ। ਭਾਵੇਂ ਕਿ ਮੰਤਰੀ ਮੰਡਲ ਕੈਬਨਿਟ ਮੰਤਰੀ ਮੰਡਲ ਟੋਟਲ ਮੰਤਰੀ ਪਰਿਸ਼ਦ ਦਾ ਹੀ ਹਿੱਸਾ ਹਨ। ਉਹਨਾਂ ਦੇ ਆਕਾਰ ਵਿੱਚ ਫਰਕ ਇਹ ਆ ਵੀ ਉਹ 30-35 ਦੇ ਕਰੀਬ ਗਿਣਤੀ ਹੁੰਦੀ ਹੈ। ਸਾਰਿਆਂ ਨੂੰ ਇਕੱਠਾ ਕਰ ਦਈਏ ਤਾਂ ਉਹ ਕੀ ਹੋ ਜਾਂਦਾ ਹੈ, ਮੰਤਰੀ ਪਰਿਸ਼ਦ। ਕੈਬਨਿਟ ਮੰਤਰੀ ਜਿਹੜੇ ਹਨ ਇਹਨਾਂ ਦੀ ਲਗਾਤਾਰ ਮੀਟਿੰਗਾਂ ਹੁੰਦੀਆਂ ਹੀ ਰਹਿੰਦੀਆਂ ਹਨ, ਜਿਹਦੇ ਵਿੱਚ ਰਾਜ ਮੰਤਰੀ, ਉਪ ਮੰਤਰੀ ਜਾਂ ਪਾਰਲੀਮੈਂਟਰੀ ਸਕੱਤਰ ਜਿਹੜੇ ਆ ਸ਼ਾਮਲ ਨਹੀਂ ਹੁੰਦੇ ਹਨ। ਇਸੇ ਤਰ੍ਹਾਂ ਥੋੜ੍ਹਾ ਜਿਹਾ ਡਿਫਰੈਂਸ ਇਹ ਵੀ ਹੈ ਕਿ ਜਿਹੜੇ ਮੰਤਰੀ ਮੰਡਲ ਹੈ ਜਾਂ ਕੈਬਨਿਟ ਮੰਤਰੀ ਹਨ, ਉਹਨਾਂ ਦੀ ਥੋੜ੍ਹੀ ਸੈਲਰੀ ਵੀ ਦੂਜਿਆਂ ਦੇ ਮੁਕਾਬਲੇ ਵੱਧ ਹੁੰਦੀ ਹੈ। ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਬਹੁਤ ਕਲੋਜ਼ ਹੁੰਦੇ ਹਨ। ਜਿੰਨੀਆਂ ਵੀ ਪਾਲਿਸੀਆਂ ਦੀ ਫਾਰਮੇਸ਼ਨ ਹਨ ਉਹਨਾਂ ਦੀ ਸਲਾਹ ਦੇ ਅਨੁਸਾਰ ਹੁੰਦੀ ਹੈ। ਸੋ ਓਵਰਆਲ ਦੇਖਿਆ ਜਾਵੇ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਸਵਾਲ ਆਉਂਦਾ ਤਾਂ ਤੁਸੀਂ ਬੜੀ ਆਸਾਨੀ ਨਾਲ ਲਿਖ ਸਕਦੇ ਜੇ ਕਿ ਮੰਤਰੀ ਮੰਡਲ, ਜਿਹਨੂੰ ਆਪਾਂ ਕੈਬਨਿਟ ਮੰਤਰੀ ਬੋਲਦੇ ਹਨ, ਉਹ ਮੰਤਰੀ ਪਰਿਸ਼ਦ ਦਾ ਹੀ ਹਿੱਸਾ ਹੈ। ਉਹਨਾਂ ਦੀ ਗਿਣਤੀ 30 ਤੋਂ 35 ਹੈ, ਉਹ ਸਾਰੇ ਹੀ ਆ ਜਾਂਦੇ ਹਨ। ਤਨਖਾਹ ਦੇ ਵਿੱਚ ਵੀ ਥੋੜ੍ਹਾ ਡਿਫਰੈਂਸ ਹੈ ਤੇ ਪ੍ਰਭਾਵ ਦੀ ਗੱਲ ਤਾਂ ਬਿਲਕੁਲ ਦੀ ਠੀਕ ਹੈ ਜੀ। ਕੈਬਨਿਟ ਮੰਤਰੀ ਦਾ ਪ੍ਰਭਾਵ ਕੰਪੈਰੇਟਿਵਲੀ ਦੂਸਰੇ ਜਿਹੜੇ ਉਪ ਮੰਤਰੀ ਹਨ, ਉਹਨਾਂ ਦੇ ਰਾਜ ਮੰਤਰੀ ਹਨ, ਉਹਨਾਂ ਦੇ ਮੁਕਾਬਲੇ ਵੱਧ ਹੁੰਦਾ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ, ਕੈਬਨਿਟ ਮੰਤਰੀ ਬਹੁਤ ਹੀ
ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਾਰੀਆਂ ਹੀ ਪਾਲਿਸੀਆਂ ਦੀਆਂ ਫਾਰਮੇਸ਼ਨ ਦੇ ਲਈ, ਸਾਰੇ ਸਿਸਟਮ ਨੂੰ ਚਲਾਉਣ ਲਈ, ਪੂਰੇ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਅਗਲੀ ਗੱਲ ਅੱਗੇ ਕਰਦੇ ਹਾਂ ਤਨਖਾਹਾਂ ਦੀ। ਮੰਤਰੀਆਂ ਤਨਖਾਹਾਂ ਦੀ ਗੱਲ ਕਰਦੇ ਹਾਂ। ਤਨਖਾਹ, ਇਹਨਾਂ ਦੀ ਮਿਆਦ ਕੀ ਹੈ, ਅਹੁਦੇ ਦੀ ਸਹੁੰ। ਮੰਤਰੀ ਪਰਿਸ਼ਦ ਦੀ ਤਨਖਾਹ ਤੇ ਭੱਤੇ ਸਮੇਂ-ਸਮੇਂ ਤੇ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਹਨ। ਜਿਵੇਂ ਹਾਲ ਹੀ ਕੋਵਿਡ-19 ਦੇ ਇਫੈਕਟ ਕਰਕੇ ਇਹਨਾਂ ਦੀਆਂ ਸੈਲਰੀ 30% ਕੱਟ ਕੀਤੀਆਂ ਗਈਆਂ ਹਨ। ਸੋ ਇਹਨਾਂ ਦੀ ਤਨਖਾਹਾਂ ਵਧਾਉਣੀਆਂ ਘਟਾਉਣੀਆਂ ਪਾਰਲੀਮੈਂਟ ਤੇ ਨਿਰਭਰ ਕਰਦਾ ਹੈ। ਮਿਆਦ ਮੰਤਰੀ ਪਰਿਸ਼ਦ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੈ। ਮੰਤਰੀ ਪਰਿਸ਼ਦ ਲੋਕ ਸਭਾ ਵਿੱਚ ਪ੍ਰਾਪਤ ਬਹੁਮਤ ਦੇ ਵਿਸ਼ਵਾਸ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ। ਸੋ ਵਿਦਿਆਰਥੀਓ, ਇਹ ਬੜੀ ਹੀ ਮਹੱਤਵਪੂਰਨ ਗੱਲ ਹੈ ਕਿ ਲੋਕ ਸਭਾ ਵਿੱਚ ਬਹੁਮਤ ਦੇ ਵਿਸ਼ਵਾਸ ਤੱਕ ਮੰਤਰੀ ਪਰਿਸ਼ਦ ਦੀ ਮਿਆਦ ਹੈ। ਭਾਵ ਜਿੰਨਾ ਚਿਰ ਤੱਕ ਮੰਤਰੀ ਪਰਿਸ਼ਦ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੈ, ਉਹਦੇ ਵਿਰੁੱਧ ਕੋਈ ਵੀ ਅਵਿਸ਼ਵਾਸ ਦਾ ਜੇਕਰ ਮਤਾ ਆਉਂਦਾ ਹੈ, ਜੇ ਉਹ ਰੱਦ ਹੋ ਜਾਂਦਾ ਹੈ ਠੀਕ ਹੈ। ਜੇਕਰ ਅਵਿਸ਼ਵਾਸ ਦਾ ਮਤਾ, ਵੋਟ ਆਫ ਕੌਨਫੀਡੈਂਸ ਜੇ ਉਹ ਪ੍ਰਾਪਤ ਨਹੀਂ ਕਰਦੀ ਮੰਤਰੀ ਪਰਿਸ਼ਦ, ਤਾਂ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਭਾਰਤੀ ਇਤਿਹਾਸ ਵਿੱਚ ਬੜੀ ਵਾਰੀ ਹੋਇਆ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ 13 ਦਿਨ ਬਾਅਦ, 13 ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜੀ, ਇਸੇ ਤਰ੍ਹਾਂ ਦੇਵਗੌੜਾ ਜੀ ਪ੍ਰਧਾਨ ਮੰਤਰੀ, ਇੰਦਰ ਕੁਮਾਰ ਗੁਜਰਾਲ ਦੀ ਸਰਕਾਰ। ਸੋ ਬਹੁਤ ਸਾਰੀਆਂ ਸਾਡੇ ਕੋਲ ਲਾਈਵ ਐਗਜ਼ਾਮਪਲ ਹਨ ਕਿ ਜਿਹਦੇ ਵਿੱਚ ਮੰਤਰੀ ਪਰਿਸ਼ਦ ਦਾ ਜਦੋਂ ਅਵਿਸ਼ਵਾਸ ਦਾ ਮਤਾ ਆਇਆ ਲੋਕ ਸਭਾ ਦੇ ਵਿੱਚ, ਤੇ ਉਹ ਆਪਣਾ ਵੋਟ ਆਫ ਕੌਨਫੀਡੈਂਸ ਪ੍ਰਾਪਤ ਨਹੀਂ ਕਰ ਸਕੀ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 13 ਦਿਨ, ਫਿਰ 13 ਮਹੀਨੇ। ਕਿਹਦੀ ਸਰਕਾਰ? ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਹੇਠ ਵਾਲੀ ਸਰਕਾਰ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਈਵਨ ਕਿ ਵਿਦਿਆਰਥੀਓ, ਇੱਥੇ ਬੜੀ ਮਹੱਤਵਪੂਰਨ ਜਾਣਕਾਰੀ ਹੈ। ਪਿਛਲੀ ਟਰਮ ਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਵੀ ਅਵਿਸ਼ਵਾਸ ਦਾ ਮਤਾ ਆਇਆ ਸੀ, ਪਰ ਉਹ ਰੱਦ ਹੋ ਗਿਆ ਸੀ। ਸੋ ਇਸ ਤੋਂ ਇੱਕ ਕਲੀਅਰ ਪਿਕਚਰ ਹੈ ਕਿ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਤੇ ਪਲੱਸ ਮੰਤਰੀ ਪਰਿਸ਼ਦ ਦੀ ਮਿਆਦ ਉਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਉਹਨਾਂ ਨੂੰ ਲੋਕ ਸਭਾ ਵਿੱਚ ਉਚਿਤ ਬਹੁਮਤ ਪ੍ਰਾਪਤ ਹੈ, ਜਿੰਨਾ ਚਿਰ ਤੱਕ ਉਹਨਾਂ ਨੂੰ ਬਹੁਮਤ ਦੇ ਵਿਸ਼ਵਾਸ ਤੱਕ ਟਿਕੀ ਹੋਈ ਹੈ। ਇਸ ਤੋਂ ਬਾਅਦ ਅਹੁਦੇ ਦੀ ਸਹੁੰ। ਹਰੇਕ ਮੰਤਰੀ ਨੂੰ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੁਆਰਾ ਅਹੁਦੇ ਦੀ ਸਹੁੰ ਵੀ ਚੁਕਾਈ ਜਾਂਦੀ ਹੈ ਤੇ ਨਾਲ ਦੇ ਨਾਲ ਗੁਪਤਤਾ ਦੀ ਸਹੁੰ ਚੁਕਾਈ ਜਾਂਦੀ। ਦੋ ਤਰ੍ਹਾਂ ਦੀ ਸਹੁੰ ਹੋ ਗਈ। ਫਿਰ ਜਦੋਂ ਵੀ ਕੋਈ ਮੰਤਰੀ ਹੈ ਉਹਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਉਹ ਆਪਣੇ ਅਹੁਦੇ ਨੂੰ ਦੀਆਂ ਜੋ ਜ਼ਿੰਮੇਵਾਰੀਆਂ ਹਨ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਵਧੀਆ ਤਰੀਕੇ ਨਾਲ ਨਿਭਾਵੇਗਾ, ਸੰਵਿਧਾਨ ਦੇ ਮੁਤਾਬਕ ਸੰਵਿਧਾਨ ਦੀਆਂ ਹੱਦਾਂ ਵਿੱਚ ਰਹਿ ਕੇ ਕੰਮ ਕਰੇਗਾ, ਤੇ ਨਾਲ ਦੇ ਨਾਲ ਜਿਹੜੀਆਂ ਉਸ ਮਹਿਕਮੇ ਦੀਆਂ ਜੋ ਸੀਕ੍ਰੇਸੀਜ਼ ਹਨ, ਜੋ ਗੁਪਤ ਹਨ, ਜੋ ਵੱਖ-ਵੱਖ ਉਹਦੇ ਪਾਲਿਸੀਜ਼ ਹਨ, ਉਹਨਾਂ ਨੂੰ ਜਨਤਕ ਥੋੜ੍ਹੇ ਕੀਤਿਆਂ ਜਨਤਕ ਨਹੀਂ ਕਰੇਗਾ, ਇਹ ਗੁਪਤ ਰੱਖੇਗਾ ਉਹਨਾਂ ਨੂੰ। ਹਰ ਮਹਿਕਮੇ ਦੀਆਂ ਕੁਝ ਡਿਫਰੈਂਟ ਸੀਕ੍ਰੇਸੀਜ਼ ਹੁੰਦੀਆਂ ਹਨ, ਉਹਨਾਂ ਨੂੰ ਉਹ ਗੁਪਤ ਰੱਖੇਗਾ। ਸੋ ਇਸ ਤਰ੍ਹਾਂ ਦੀ ਸਹੁੰ ਮੰਤਰੀਆਂ ਨੂੰ ਅਹੁਦਾ ਗ੍ਰਹਿਣ ਕਰਨ ਸਮੇਂ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਅੱਗੇ ਗੱਲ ਕਰਦੇ ਹਾਂ ਮੰਤਰੀ ਪਰਿਸ਼ਦ ਦੇ ਕੰਮਾਂ ਦੀ। ਹੁਣ ਤੱਕ ਅਸੀਂ ਕੀ ਪੜ੍ਹਿਆ ਹੈ ਕਿ ਮੰਤਰੀ ਪਰਿਸ਼ਦ ਦਾ ਗਠਨ ਕਿਵੇਂ ਹੁੰਦਾ ਹੈ, ਭਾਰਤੀ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਤੇ ਪ੍ਰੈਕਟੀਕਲ ਕੀ ਹੈ। ਹੁਣ ਮੰਤਰੀ ਪਰਿਸ਼ਦ ਦੇ ਕੰਮ ਤੇ ਸ਼ਕਤੀਆਂ ਦੀ ਅਸੀਂ ਇੱਕ ਇੱਕ ਕਰਕੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲੀ ਗੱਲ ਹੈ ਕਿ ਰਾਸ਼ਟਰੀ ਨੀਤੀਆਂ ਦਾ ਨਿਰਮਾਣ ਮੰਤਰੀ ਪਰਿਸ਼ਦ ਦੁਆਰਾ ਕੀਤਾ ਜਾਂਦਾ ਹੈ। ਜਿੰਨੀਆਂ ਵੀ ਨੈਸ਼ਨਲ ਪਾਲਿਸੀਆਂ ਹਨ ਉਹਨਾਂ ਦਾ ਫਰੇਮਵਰਕ ਇਹਨਾਂ ਦੁਆਰਾ ਕੀਤਾ ਜਾਂਦਾ ਹੈ, ਕਿਉਂਕਿ ਸਾਰਾ ਪ੍ਰਸ਼ਾਸਨ ਹੀ ਦੇਸ਼ ਦਾ ਰਾਜ ਪ੍ਰਬੰਧ ਮੰਤਰੀ ਪਰਿਸ਼ਦ ਦੁਆਰਾ ਚਲਾਇਆ ਜਾ ਰਿਹਾ। ਦੇਸ਼ ਦਾ ਸਾਰਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਹੈ। ਸੋ ਹਰ ਮੰਤਰੀ ਆਪਣੇ ਮਹਿਕਮੇ ਦਾ ਇੰਚਾਰਜ ਹੈ, ਉਹਦੇ ਲਈ ਉਹ
ਲੋਕ ਸਭਾ ਸਾਹਮਣੇ ਵਿਅਕਤੀਗਤ ਤੌਰ ਤੇ ਵੀ ਜ਼ਿੰਮੇਵਾਰ ਹੈ ਤੇ ਸਮੂਹਿਕ ਤੌਰ ਤੇ ਵੀ ਸਾਰੇ ਮੰਤਰੀ ਜ਼ਿੰਮੇਵਾਰ ਹਨ। ਇਹ ਪਾਰਲੀਮੈਂਟਰੀ ਸਿਸਟਮ ਦੀ ਬੜੀ ਵਧੀਆ ਖੂਬੀ ਹੈ, ਵਿਸ਼ੇਸ਼ਤਾ ਹੈ। ਵਿਦੇਸ਼ੀ ਸਬੰਧਾਂ ਦਾ ਸੰਚਾਲਨ ਕਰਨਾ। ਸੋ ਇਹਦੇ ਲਈ ਤੁਸੀਂ ਦੇਖਿਆ ਨਾ ਕਿ ਸਾਡੇ ਮੰਤਰੀ ਪਰਿਸ਼ਦ ਦੇ ਵਿੱਚ ਹੀ, ਮੰਤਰੀ ਮੰਡਲ ਦੇ ਵਿੱਚ ਇੱਕ ਵਿਦੇਸ਼ ਮੰਤਰਾਲਾ ਹੈ, ਬਹੁਤ ਵੱਡਾ ਮੰਤਰਾਲਾ ਹੈ। ਬਾਹਰਲੇ ਦੇਸ਼ਾਂ ਨਾਲ ਪਾਲਿਸੀਆਂ ਦਾ ਫਰੇਮਵਰਕ ਕਰਨਾ, ਸਮਝੌਤੇ ਕਰਨੇ, ਸੰਧੀਆਂ ਕਰਨੀਆਂ। ਸੋ ਇਹ ਸਾਰਾ ਵਿਦੇਸ਼ੀ ਮੰਤਰਾਲੇ ਦੁਆਰਾ ਹੀ ਦੇਖਿਆ ਜਾਂਦਾ ਹੈ। ਸੋ ਵਿਦੇਸ਼ ਨੀਤੀ ਨੂੰ ਬਣਾਉਣਾ ਸਾਡੇ ਹਿੱਤਾਂ ਵਿੱਚ ਹੈ ਕਿ ਨਹੀਂ, ਇਹ ਸਾਰਾ ਕੰਮ ਵਿਦੇਸ਼ੀ ਸਬੰਧਾਂ ਦਾ ਸੰਚਾਲਨ ਕਰਨ ਦਾ ਕੰਮ ਹੀ ਮੰਤਰੀਆਂ ਦੁਆਰਾ ਕੀਤਾ ਜਾਂਦਾ ਹੈ। ਵਿਧਾਨਕੀ ਕੰਮ, ਕਾਨੂੰਨਾਂ ਦਾ ਨਿਰਮਾਣ। ਭਾਵੇਂ ਕਾਨੂੰਨਾਂ ਦਾ ਨਿਰਮਾਣ ਕਰਨ ਦੀ ਸ਼ਕਤੀ ਮੰਤਰੀ ਪਰਿਸ਼ਦ ਕੋਲ ਡਾਇਰੈਕਟ ਤੌਰ ਤੇ ਨਹੀਂ ਹੈ, ਦੇਖਿਆ ਜਾਵੇ ਤਾਂ ਕਾਨੂੰਨਾਂ ਦਾ ਕੰਮ ਤਾਂ ਵਿਧਾਨ ਬਲਕਾਂ ਦੁਆਰਾ ਕੀਤਾ ਜਾਂਦਾ ਹੈ। ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕੰਮ ਇਹ ਮੰਤਰੀ ਪਰਿਸ਼ਦ ਦਾ ਨਹੀਂ ਹੈ ਤੇ ਫਿਰ ਮੰਤਰੀ ਪਰਿਸ਼ਦ ਕਿਉਂ ਕਰਦੀ ਹੈ ਕਾਨੂੰਨਾਂ ਦੇ ਨਿਰਮਾਣ ਦੇ ਵਿੱਚ ਕੰਮ? ਕਾਰਨ ਕੀ ਹੈ ਕਿ ਸਾਡੇ ਦੇਸ਼ ਵਿੱਚ ਪਾਰਲੀਮੈਂਟਰੀ ਸਿਸਟਮ ਹੈ, ਜਿਹਦੇ ਵਿੱਚ ਸਰਕਾਰ ਦੇ ਦੋਨੇ ਅੰਗ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜਾ ਸੰਬੰਧ ਪਾਇਆ ਜਾਂਦਾ ਹੈ। ਇਸ ਕਰਕੇ ਬਹੁਤੇ ਮੰਤਰੀਆਂ ਦੁਆਰਾ, ਈਵਨ ਕਿ ਰਾਸ਼ਟਰਪਤੀ ਦਾ ਭਾਸ਼ਣ ਵੀ ਮੰਤਰੀਆਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਈਵਨ ਕਿ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਿਹੜਾ ਜਾਰੀ ਕਰਾਇਆ ਜਾਂਦਾ ਹੈ ਉਹ ਵੀ ਮੰਤਰੀਆਂ ਦੇ ਕਹਿਣ ਤੇ ਜਾਰੀ ਹੁੰਦਾ ਹੈ। ਬਹੁਤੇ ਬਿੱਲ ਇਹਨਾਂ ਦੁਆਰਾ ਹੀ ਤਿਆਰ ਕਰਾਏ ਜਾਂਦੇ ਹਨ। ਜਿਵੇਂ ਕਿ ਹੁਣੇ ਤੁਹਾਨੂੰ ਐਗਜ਼ਾਮਪਲ ਦੇ ਦਈਏ ਕਿ ਪਹਿਲਾਂ ਆਰਡੀਨੈਂਸ ਖੇਤੀ ਕਾਨੂੰਨਾਂ ਨਾਲ ਸੰਬੰਧੀ ਰਾਸ਼ਟਰਪਤੀ ਦੁਆਰਾ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸੇ ਖੇਤੀ ਕਾਨੂੰਨ ਨੂੰ ਬਾਅਦ ਕਾਨੂੰਨਾਂ ਦਾ ਰੂਪ ਦੇ ਦਿੱਤਾ ਗਿਆ। ਸੋ ਇਸ ਤੋਂ ਸਿੱਧ ਹੈ ਕਿ ਮੰਤਰੀ ਪਰਿਸ਼ਦ ਬਹੁਤ ਹੀ ਪਾਵਰਫੁਲ ਹੈ, ਕਾਰਜਪਾਲਿਕਾ ਦਾ ਰੋਲ ਵੀ ਅਦਾ ਕਰ ਰਹੀ ਹੈ ਤੇ ਵਿਧਾਨਪਾਲਿਕਾ ਦਾ ਵੀ ਬਹੁਤਾ ਰੋਲ ਇਹਨਾਂ ਦਾ ਹੈ, ਕਿਉਂਕਿ ਪਾਵਰ ਜੂ ਹੈ, ਕਿਉਂਕਿ ਉਹਨਾਂ ਨੂੰ ਬਹੁਮਤ ਪ੍ਰਾਪਤ ਹੈ। ਗੱਲ ਫਿਰ ਉੱਥੇ ਆ ਗਈ ਕਿ ਉਚਿਤ ਬਹੁਮਤ ਪ੍ਰਾਪਤ ਹੋਣ ਤੇ ਮੰਤਰੀ ਪਰਿਸ਼ਦ ਟਿਕੀ ਰਹਿੰਦੀ ਹੈ। ਵਿੱਤੀ ਕਾਰਜ ਦੇ ਵਿੱਚ ਵਿੱਤ ਮੰਤਰੀ ਵੱਖਰਾ ਮੰਤਰੀ ਮੰਤਰਾਲਾ ਬਹੁਤ ਵੱਡਾ, ਜਿਹੜਾ ਹਰ ਸਾਲ ਬਜਟ ਪੇਸ਼ ਕਰਦਾ ਹੈ। ਹਰ ਸਾਲ ਸਾਰੇ ਸਾਲ ਦਾ ਲੇਖਾ ਜੋਖਾ, ਕਿੱਥੇ ਖਰਚਾ ਕਰਨਾ ਹੈ, ਕਿਹੜੀ ਆਮਦਨ ਹੋਣੀ ਹੈ, ਇਹ ਸਾਰਾ ਕੰਮ ਵੀ ਮੰਤਰੀ ਪਰਿਸ਼ਦ ਦੇ ਕੋਲ ਹੀ ਹੈ। ਅਗਲੀ ਗੱਲ, ਮੰਤਰੀ ਪਰਿਸ਼ਦ ਦੇ ਕੰਮ, ਵਿਭਾਗਾਂ ਦੇ ਕੰਮਾਂ ਵਿੱਚ ਤਾਲਮੇਲ ਪੈਦਾ ਕਰਨਾ। ਇਹ ਪ੍ਰਧਾਨ ਮੰਤਰੀ ਦੀ ਜਿੰਨੇ ਵੀ ਵਿਭਾਗ ਹਨ ਉਹ ਮੰਤਰੀ ਪਰਿਸ਼ਦ ਦੀ ਸਲਾਹ ਦੇ ਨਾਲ ਇਹਨਾਂ ਦੇ ਕੋਆਰਡੀਨੇਸ਼ਨ ਬਣਾਈ ਰੱਖਦੇ ਆ ਇੱਕ ਦੂਜੇ ਮਹਿਕਮੇ ਨਾਲ। ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਪ੍ਰਬੰਧਕੀ ਕੰਮ ਕਰਨੇ, ਸਾਰੇ ਪ੍ਰਬੰਧ, ਪਾਲਿਸੀਆਂ ਦੀ ਫਾਰਮੇਸ਼ਨ ਕਰਨੀ। ਨੀਤੀ ਆਯੋਗ ਵੱਖਰਾ ਹੈ, ਜਿਹੜੀਆਂ ਸਾਰੇ ਤਕਰੀਬਨ ਹੀ ਪਾਲਿਸੀਆਂ ਬਣਦੀਆਂ ਰਹਿੰਦੀਆਂ ਹਨ ਉਹਦੇ ਦੁਆਰਾ। ਸੋ ਸਾਰਾ ਸਿਸਟਮ ਹੀ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਦੇ ਦੁਆਲੇ ਘੁੰਮਦਾ ਹੈ। ਰਾਸ਼ਟਰਪਤੀ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣੀ ਜ਼ਰੂਰੀ ਹੈ। ਰਾਸ਼ਟਰਪਤੀ ਦੇ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣੀ ਜ਼ਰੂਰੀ ਹੈ, ਪਾਬੰਦ ਹੈ। ਸੋ ਇੱਥੋਂ ਕਲੀਅਰ ਹੈ, ਅਸਲੀ ਕਾਰਜਪਾਲਿਕਾ ਮੰਤਰੀ ਪਰਿਸ਼ਦ ਹੀ ਹੈ। ਸਾਡੇ ਦੇਸ਼ ਵਿੱਚ ਨਿਯੁਕਤੀਆਂ ਉੱਪਰ ਵੀ ਸਾਰਾ ਕੰਟਰੋਲ, ਜਿੰਨੀਆਂ ਵੀ ਨਿਯੁਕਤੀਆਂ ਹਨ, ਭਾਵੇਂ ਕਿ ਸੰਵਿਧਾਨ ਦੇ ਮੁਤਾਬਕ ਲਿਖਿਆ ਹੋਇਆ ਕਿ ਰਾਸ਼ਟਰਪਤੀ ਦੁਆਰਾ ਕੀਤੀਆਂ ਜਾਂਦੀਆਂ ਹਨ, ਪਰ ਪ੍ਰੈਕਟੀਕਲ ਤੌਰ ਤੇ ਜਿੰਨੀਆਂ ਵੀ ਨਿਯੁਕਤੀਆਂ ਹਨ ਰਾਜਾਂ ਦੇ ਰਾਜਪਾਲ ਨੇ ਨਿਯੁਕਤੀਆਂ ਕਰਨੀਆਂ। ਵੱਖ-ਵੱਖ ਸੰਘੀ ਲੋਕ ਸੇਵਾ ਕਮਿਸ਼ਨ ਹਨ, ਆਯੋਗ ਹੈ, ਇਲੈਕਸ਼ਨ ਕਮਿਸ਼ਨ ਹੈ, ਉਹਨਾਂ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਕਰਨੀਆਂ, ਰਾਜਦੂਤਾਂ ਦੀਆਂ ਨਿਯੁਕਤੀਆਂ ਕਰਨੀਆਂ। ਕਹਿਣ ਦਾ ਭਾਵ ਕਿ ਸਾਰੀਆਂ ਹੀ ਪ੍ਰਬੰਧਕੀ ਨਿਯੁਕਤੀਆਂ ਤੇ ਸਿੱਧਾ ਹੀ ਮੰਤਰੀ ਪਰਿਸ਼ਦ ਦੁਆਰਾ ਜੋ ਵੀ ਪਾਸ ਕੀਤਾ ਜਾਂਦਾ ਹੈ ਕਿ ਇਹਨੂੰ ਇਹ ਅਹੁਦਾ ਦੇ ਦਿੱਤਾ ਜਾਵੇ ਤੇ ਡਾਇਰੈਕਟਲੀ ਜਾ ਕੇ ਰਾਸ਼ਟਰਪਤੀ ਦੁਆਰਾ ਉਹਦੇ ਉੱਪਰ ਸਿਗਨੇਚਰ ਕਰ ਦਿੱਤੇ ਜਾਂਦੇ ਹਨ। ਸੋ ਇਹ ਸਾਰੀ ਗੱਲ ਤੋਂ ਪਿਆਰੇ ਵਿਦਿਆਰਥੀਓ ਮਹੱਤਵਪੂਰਨ ਤੱਥ ਇਹ ਸਾਹਮਣੇ ਆਇਆ ਹੈ ਕਿ ਸਾਡੇ ਦੇਸ਼ ਵਿੱਚ ਜੇਕਰ ਮੰਤਰੀ ਪਰਿਸ਼ਦ ਦੇ ਕੰਮਾਂ ਦੀ ਆਪਾਂ ਗੱਲ ਕਰੀਏ ਤਾਂ ਮੰਤਰੀ ਪਰਿਸ਼ਦ ਬਹੁਤ ਹੀ ਪਾਵਰਫੁਲ ਹੈ। ਮੰਤਰੀ ਪਰਿਸ਼ਦ ਤੇ ਪ੍ਰਧਾਨ ਮੰਤਰੀ ਜਿਹਦੇ ਦੁਆਲੇ ਸਾਰੇ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਹੈ, ਸੋ ਉਹਨਾਂ ਦੁਆਰਾ ਦੇਸ਼ ਦਾ ਰਾਜ ਪ੍ਰਬੰਧ ਬੜੇ ਵਧੀਆ ਤਰੀਕੇ ਨਾਲ ਚਲਾਇਆ ਜਾਂਦਾ ਹੈ, ਪਰ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਮੁਤਾਬਕ ਚਲਾਇਆ ਜਾਂਦਾ ਹੈ। ਕੋਈ ਵੀ ਕਾਨੂੰਨ ਇਹੋ ਜਿਹਾ ਨਹੀਂ ਹੈ ਕਿ ਜਿਹੜਾ ਮੰਤਰੀ ਪਰਿਸ਼ਦ ਦੁਆਰਾ ਗਲਤ ਤਰੀਕੇ ਨਾਲ ਪਾਸ ਕੀਤਾ ਜਾਂਦਾ ਹੋਵੇ। ਜੇਕਰ ਪਾਸ ਹੋ ਜਾਂਦਾ ਹੈ ਤਾਂ ਅਕੋਰਡਿੰਗ ਟੂ ਕਨਸਟੀਟਿਊਸ਼ਨ ਜੇਕਰ ਉਹ ਕਾਨੂੰਨ ਗਲਤ ਹੈ ਤਾਂ ਸਾਡੀ ਨਿਆਂਪਾਲਿਕਾ ਜਿਹੜੀ ਹੈ ਉਸ ਕਾਨੂੰਨ ਨੂੰ ਪਾਵਰ ਆਫ ਜੁਡੀਸ਼ੀਅਲ ਰਿਵਿਊ ਦੇ ਤਹਿਤ ਰੱਦ ਵੀ ਕਰ ਸਕਦੀ ਹੈ। ਸੋ ਸਾਡੀ ਸਰਕਾਰ ਨੂੰ ਤਾਈਓ ਜ਼ਿੰਮੇਵਾਰ ਸਰਕਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਮੰਤਰੀ ਪਰਿਸ਼ਦ ਸਾਰੇ ਕੰਮਾਂ ਦੇ ਲਈ ਵਿਧਾਨਪਾਲਿਕਾ ਮੀਨ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਸਾਹਮਣੇ ਜ਼ਿੰਮੇਵਾਰ ਹੈ। ਭਾਵੇਂ ਦੇਖਿਆ ਹੈ ਤੁਸੀਂ ਵਿਦਿਆਰਥੀਓ
ਕਿ ਦੇਖੋ ਦੇਖਣ 'ਚ ਆਇਆ ਹੈ ਕਿ ਬਹੁਤ ਸਾਰੀਆਂ ਸ਼ਕਤੀਆਂ ਹਨ ਮੰਤਰੀ ਪਰਿਸ਼ਦ ਦੇ ਕੋਲ, ਪਰ ਪ੍ਰੈਕਟੀਕਲ ਤੌਰ ਤੇ ਉਹ ਸੰਵਿਧਾਨਕ ਤੌਰ ਤੇ ਜੋ ਵੀ ਸੰਵਿਧਾਨ ਦੇ ਵਿੱਚ ਹੈ ਉਹਦੇ ਮੁਤਾਬਕ ਉਹਨਾਂ ਸ਼ਕਤੀਆਂ ਦਾ ਪਾਲਣ ਕਰਨਗੇ। ਜੇ ਕੋਈ ਵੀ ਮੰਤਰੀ ਆਪਣੇ ਮਹਿਕਮੇ ਦਾ ਸ਼ਕਤੀਆਂ ਦਾ ਮਿਸਯੂਜ਼ ਕਰ ਰਿਹਾ ਹੈ, ਉਹ ਮਹਿਕਮਾ ਵਧੀਆ ਤਰੀਕੇ ਨਾਲ ਨਹੀਂ ਚਲਾ ਰਿਹਾ, ਤਾਂ ਪ੍ਰਧਾਨ ਮੰਤਰੀ ਵੀ ਉਹਨੂੰ ਉਹਦੇ ਅਹੁਦੇ ਤੋਂ ਹਟਾ ਸਕਦਾ ਹੈ। ਪ੍ਰਧਾਨ ਮੰਤਰੀ ਉਹ ਕੋ ਮਹਿਕਮਾ ਵਾਪਸ ਲੈ ਲੈਂਦਾ, ਬੜੀ ਵਾਰ ਹੋਇਆ ਹੈ। ਜੇਕਰ ਫਿਰ ਵੀ ਉਹਨੂੰ ਜਵਾਬਦੇਹ ਹੋਣਾ ਪਏਗਾ ਪਾਰਲੀਮੈਂਟ ਦੇ ਵਿੱਚ, ਤਾਂ ਜੇਕਰ ਉਹ ਜਵਾਬਦੇਹ ਨਹੀਂ ਹੋ ਪਾਉਂਦਾ, ਉਹਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ ਪਾਰਲੀਮੈਂਟ ਦੇ ਵਿੱਚ ਮੰਤਰੀ ਦੀ, ਉਹ ਇਸੇ ਕਰਕੇ ਇੰਡੀਵਿਜੂਅਲੀ ਉਹ ਰਿਸਪੌਂਸੀਬਲ ਹੈ। ਕਈ ਵਾਰ ਉਹਨੂੰ ਇਕੱਲੇ ਨੂੰ ਅਸਤੀਫਾ ਦੇਣਾ ਪੈਂਦਾ ਹੈ। ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲ ਹਨ ਕਿ ਮੰਤਰੀਆਂ ਨੂੰ ਆਪਣੇ ਅਹੁਦੇ ਲਈ ਜ਼ਿੰਮੇਵਾਰੀ ਪੂਰੀ ਨਾ ਕਰਨ ਕਰਕੇ ਅਸਤੀਫਾ ਦੇਣਾ ਪਿਆ, ਪਾਰਲੀਮੈਂਟ ਦੇ ਵਿੱਚ ਜਵਾਬ ਨਹੀਂ ਦੇ ਸਕੇ ਉਹ, ਲੋਕ ਸਭਾ ਵਿੱਚ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਤਾਂਹੀਓ ਕਿਹਾ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਹੈ ਕਿ ਮੰਤਰੀ ਪਰਿਸ਼ਦ ਸਮੂਹਕ ਤੌਰ ਤੇ ਵੀ ਜ਼ਿੰਮੇਵਾਰ ਹੈ। ਸਮੂਹਕ ਤੌਰ ਤੇ ਭਾਵ ਹੈ ਕਿ ਜੇਕਰ ਸਮੁੱਚੀ ਮੰਤਰੀ ਪਰਿਸ਼ਦ ਕਲੈਕਟਿਵਲੀ ਰਿਸਪੌਂਸੀਬਲ ਹੈ, ਕਿਹਦੇ ਸਾਹਮਣੇ? ਵਿਧਾਨ ਪਾਲਿਕਾ ਸਾਹਮਣੇ, ਭਾਵ ਲੋਕ ਸਭਾ ਸਾਹਮਣੇ ਜ਼ਿੰਮੇਵਾਰ ਹੈ। ਕਈ ਵਾਰੀ ਮੰਤਰੀ ਪਰਿਸ਼ਦ ਨੂੰ ਵੀ ਪੂਰੀ ਦੀ ਪੂਰੀ ਨੂੰ ਅਸਤੀਫਾ ਦੇਣਾ ਪੈਂਦਾ ਹੈ, ਵੋਟ ਆਫ ਕੌਨਫੀਡੈਂਸ ਜੇਕਰ ਪ੍ਰਾਪਤ ਨਹੀਂ ਕਰ ਸਕੀ। ਇਸੇ ਕਰਕੇ ਕਹਿੰਦੇ ਹਨ ਕਿ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੈ। ਮੰਤਰੀ ਪਰਿਸ਼ਦ ਦੀ ਮਿਆਦ ਉਨਾ ਚਿਰ ਹੀ ਹੈ ਜਿੰਨਾ ਚਿਰ ਤੱਕ ਉਹਨਾਂ ਨੂੰ ਉਚਿਤ ਬਹੁਮਤ ਦਾ ਵਿਸ਼ਵਾਸ ਲੋਕ ਸਭਾ ਵਿੱਚ ਪ੍ਰਾਪਤ ਹੈ। ਸੋ ਵਿਦਿਆਰਥੀਓ, ਇਹ ਬੜਾ ਹੀ ਮਹੱਤਵਪੂਰਨ ਵਿਸ਼ਾ ਸੀ। ਪਿਛਲੇ ਵਿਸ਼ੇ ਵਿੱਚ ਅਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਸਾਡੇ ਮਾਣਯੋਗ ਜਿਹੜੇ ਪ੍ਰਧਾਨ ਮੰਤਰੀ ਹਨ, ਉਹਨਾਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸ਼ਕਤੀਆਂ ਪ੍ਰਾਪਤ ਹਨ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਮੁਤਾਬਕ, ਤੇ ਫਿਰ ਪ੍ਰੈਕਟੀਕਲ ਕਿਸ ਤਰ੍ਹਾਂ? ਪ੍ਰੈਕਟੀਕਲ ਉਹੀ ਹੈ ਜੋ ਕਨਸਟੀਟਿਊਸ਼ਨ ਦੇ ਮੁਤਾਬਕ ਹੈ। ਰਾਸ਼ਟਰਪਤੀ ਨਾਮ ਮਾਤਰ ਦਾ ਮੁਖੀ ਹੈ ਤੇ ਮੰਤਰੀ ਪਰਿਸ਼ਦ ਦਾ ਗਠਨ ਪ੍ਰਧਾਨ ਮੰਤਰੀ ਤੇ ਨਿਰਭਰ ਹੈ। ਕਿਹੜੇ ਮੰਤਰੀ ਨੂੰ ਮੰਤਰੀ ਬਣਾਉਣਾ ਹੈ, ਕਿਹੜੇ ਨੂੰ ਕਿਸੇ ਦਾ ਮਹਿਕਮਾ ਚੇਂਜ ਕਰਨਾ ਹੈ, ਤੇ ਮੰਤਰੀ ਪਰਿਸ਼ਦ ਨੂੰ ਵੀ ਉਹੀ ਕੰਮ ਕਰਨਾ ਪਏਗਾ ਅਕੋਰਡਿੰਗ ਟੂ ਲਾ, ਅਕੋਰਡਿੰਗ ਟੂ ਕਨਸਟੀਟਿਊਸ਼ਨ। ਮੰਤਰੀ ਪਰਿਸ਼ਦ, ਸਮੁੱਚੀ ਮੰਤਰੀ ਪਰਿਸ਼ਦ ਆਪਣੇ ਸਾਰੇ ਹੀ ਕੰਮਾਂ ਦੇ ਲਈ ਵਿਧਾਨ ਪਾਲਿਕਾ ਸਾਹਮਣੇ ਜ਼ਿੰਮੇਵਾਰ ਹੈ। ਸੋ ਵਿਦਿਆਰਥੀਓ, ਇਹ ਸੀ ਸਾਡਾ ਬਹੁਤ ਹੀ ਸੰਘੀ ਕਾਰਜਪਾਲਿਕਾ, ਜਿਹਦੇ ਵਿੱਚ ਅਸੀਂ ਅੱਜ ਮੰਤਰੀ ਪਰਿਸ਼ਦ ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਸੋ ਇਸ ਬਾਰੇ ਵਿੱਚ ਅਸੀਂ ਜੇਕਰ ਹੋਰ ਵਿਸਤਾਰਪੂਰਵਕ ਜਾਣਕਾਰੀ ਲੈਣੀ ਹੈ, ਸੋ ਆਪਾਂ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਇਹ ਜਿਹਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਐਜੂਕੇਅਰ ਐਪ ਵੀ ਸ਼ੁਰੂ ਕੀਤੀ ਹੋਈ ਹੈ। ਉਹਦੇ ਉੱਪਰ ਵੀ ਸਾਰੇ ਹੀ ਵਿਸ਼ਿਆਂ ਦੇ ਵੱਖ-ਵੱਖ ਲੈਕਚਰ, ਈਵਨ ਕਿ ਬੜੇ ਹੀ ਵਿਸਤਾਰਪੂਰਵਕ ਅਸਾਈਨਮੈਂਟ ਟੌਪਿਕ ਵੱਖ-ਵੱਖ ਵਧੀਆ ਤਰੀਕੇ ਨਾਲ ਬਣਾ ਕੇ ਐਜੂਕੇਅਰ ਐਪ ਦੇ ਉੱਪਰ ਵੀ ਇਹ ਸਾਰੇ ਹੀ ਅਪਲੋਡ ਕੀਤੇ ਜਾਂਦੇ ਹਨ। ਤੁਸੀਂ ਉੱਥੇ ਜਾ ਕੇ ਵੀ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਦੇ ਬਾਰੇ ਵਿੱਚ ਹੋਰ ਵੀ ਵਿਸਤਾਰਪੂਰਵਕ ਜਾਣਕਾਰੀ ਲੈ ਸਕਦੇ ਜੇ। ਸੋ ਵਿਦਿਆਰਥੀਓ, ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ 2021 ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਪ੍ਰਮਾਤਮਾ ਅੱਗੇ ਮੇਰੀ ਅਰਦਾਸ ਹੈ ਕਿ ਤੁਸੀਂ ਇਸ ਨਵੇਂ ਸਾਲ ਵਿੱਚ ਤਰੱਕੀਆਂ ਪ੍ਰਾਪਤ ਕਰੋ ਤੇ ਵੱਧ ਤੋਂ ਵੱਧ ਚੰਗੇ ਨੰਬਰ ਲੈ ਕੇ ਤੇ ਤੁਸੀਂ ਆਪਣੀਆਂ ਜਮਾਤਾਂ ਨੂੰ ਪਾਸ ਕਰੋਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ-ਬਹੁਤ ਧੰਨਵਾਦ।